the bill is passed. The bill is passed. ਕਿਸਾਨਾਂ ਦੇ ਖਿਲਾਫ ਮੋਦੀ ਦੇ ਬਣਾਏ ਹੋਏ 3 ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਵਿੱਚ ਅੰਦੋਲਨ ਜਾਰੀ ਹੈ। ਕਿਸਾਨ ਜਾਣਦੇ ਨੇ ਕਿ ਅਗਰ ਇਹ 3 ਕਾਲੇ ਕਾਨੂੰਨ ਲਾਗੂ ਹੋ ਗਏ ਤੇ ਆਹਿਸਤਾ ਆਹਿਸਤਾ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਕੋਲੋਂ ਖੁੱਸ ਜਾਣਗੀਆਂ। ਉਹਨਾਂ ਦੀਆਂ ਫਸਲਾਂ ਦੀਆਂ ਕੀਮਤਾਂ ਅਡਾਨੀ ਤੇ ਅੰਬਾਨੀ ਤੈਅ ਕਰਨਗੇ ਔਰ ਫਿਰ ਇੱਕ ਵੇਲਾ ਉਹ ਆਏਗਾ ਕਿ ਪੰਜਾਬ ਦੇ ਮਜ਼ਦੂਰ ਕਿਸਾਨ ਆਪਣੇ ਖੇਤਾਂ ਵਿੱਚ ਆਪ ਹੀ ਗੁਲਾਮ ਹੋ ਕੇ ਮਜ਼ਦੂਰੀ ਕਰਨ ਵਾਲੇ ਬਣ ਜਾਣਗੇ। ਦੋ ਮਹੀਨੇ ਆਪਣੇ ਆਪਣੇ ਇਲਾਕਿਆਂ ਵਿੱਚ एहतजाज करन तो बाद पंजाब ते हरियाणा दे गैरतमंद किसान जालम हुक्मराना दियां सारियां रुकावटां तोड़ के दिल्ली जा बैठे। 1906 विच अंग्रेज़ां ने भी पंजाब दे किसानां दे खिलाफ 3 ਕਾਲੇ ਕਾਨੂੰਨ ਬਣਾਏ ਸਨ। ਇਹ ਤਹਿਰੀਕ ਦਿਨ ਬ ਦਿਨ ਜਿਵੇਂ ਅੱਗੇ ਵੱਧਦੀ ਜਾ ਰਹੀ ਹੈ, ਇਸ ਤੋਂ ਜਾਪਦਾ ਹੈ ਕਿ ਇਸ ਤਹਿਰੀਕ ਨੇ ਵੀ 115 ਸਾਲ ਪਹਿਲੇ ਪੰਜਾਬ ਦੇ ਕਿਸਾਨਾਂ ਦੀ ਬਰਪਾ ਕੀਤੀ ਹੋਈ ਅੰਗਰੇਜ਼ਾਂ ਦੇ ਖਿਲਾਫ ਮਸ਼ਹੂਰੇ ਜ਼ਮਾਨਾ ਤੇ ਇਤਿਹਾਸਿਕ ਤਹਿਰੀਕ ਪਗੜੀ ਸੰਭਾਲ ਜੱਟਾ ਦਾ ਨਵਾਂ ਰੂਪ ਇਖਤਿਆਰ ਕਰ ਲਿਆ ਹੈ। Modi's hands are stained with blood. Those who shake his hand in welcome cannot wash their hands of complicity in his crimes. Bishop Desmond Tutu once said, "If you are neutral in situations of injustice, you have chosen the side of the oppressor. So what then if you roll out the red carpet for the oppressor?" The philosopher Plato said, "Silence is consent." अब ਦਾ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਦੇ ਬਣਾਏ ਹੋਏ ਉਹਨਾਂ 3 ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਸੂਰਮੇ ਕਿਸਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਦੀ ਅਗਵਾਈ ਹੇਠ ਅੰਗਰੇਜ਼ਾਂ ਦੇ ਸਾਹਮਣੇ ਲੋਹੇ ਦੀ ਦੀਵਾਰ ਬਣ ਕੇ ਖੜੇ ਹੋਏ। ਪੰਜਾਬ ਦੇ ਕਿਸਾਨ ਅੰਗਰੇਜ਼ਾਂ ਦੇ ਖਿਲਾਫ 14 ਮਹੀਨੇ ਦਿਨ ਰਾਤ ਜਲਸੇ ਜਲੂਸ ਕਰਦੇ ਰਹੇ, ਲਾਠੀਆਂ ਖਾਧੀਆਂ, ਗਰਮੀ ਸਰਦੀ ਵੇਖੀ, ਮੁਸ਼ਕਲਾਤ ਝੇਲੀਆਂ, ਲੇਕਿਨ ਆਖਰਕਾਰ ਆਪਣੇ ਬੁਲੰਦ ਹੌਸਲੇ ਦੇ ਨਾਲ ਉਸ ਤਾਕਤ ਨੂੰ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸੀ, ਜਿਹਦੀ ਸਲਤਨਤ 'ਚ ਕਦੇ ਸੂਰਜ ਗਰੂਬ ਨਹੀਂ ਸੀ ਹੋਇਆ, ਉਹਨੂੰ ਵੀ ਆਪਣੇ ਸਾਹਮਣੇ ਘੁਟਨੇ ਟੇਕਣੇ ਤੇ ਮਜਬੂਰ ਕਰ ਦਿੱਤਾ ਤੇ ਉਹਨਾਂ ਨੂੰ ਆਖਰਕਾਰ 1 ਸਾਲ ਤੋਂ ਬਾਅਦ ਉਹ 3 ਕਾਲੇ ਕਾਨੂੰਨ ਵਾਪਸ ਲੈਣੇ ਪਏ। ਜਦ ਵੀ ਤੱਕੀ ਦਾ ਤੇਰੇ ਇਤਿਹਾਸ ਵੱਲੇ, ਵੱਖ ਜਾਣ ਤੇ ਮਰਨ ਦਾ ਢੰਗ ਤੇਰਾ, ਪੈ ਕੇ ਸਦਕ ਦੀ ਪੱਟੀ ਵਿੱਚ ਸੂਰ ਵੀਰਾ, ਗੂੜਾ ਹੋਰ ਵੀ ਹੋਇਆ ਓ ਰੰਗ ਤੇਰਾ। ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਹੋਵੇ, ਖੂਨ ਵਾਂਗ ਦਰਿਆਵਾਂ ਦੇ ਰੋੜਦਾ ਏ, ਲੋਕੀ ਜ਼ਿੰਦਗੀ ਲੋੜਦੇ ਜ਼ਿੰਦਗੀ ਚੋਂ, ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜਦਾ ਏ। ਪੰਜਾਬੀਆਂ ਦੀ ਤਾਰੀਖ ਨੂੰ ਪੜ੍ਹਨ ਵਾਲੇ ਜਾਣਦੇ ਨੇ ਕਿ ਗੱਲ ਉਦੋਂ ਵੀ 3 ਕਾਲੇ ਕਾਨੂੰਨਾਂ ਦੀ ਸੀ ਤੇ ਗੱਲ ਹੁਣ ਵੀ 3 ਕਾਲੇ ਕਾਨੂੰਨਾਂ ਦੀ ਹੈ। ਗੱਲ ਉਦੋਂ ਵੀ ਪਗੜੀ ਦੀ ਸੀ ਤੇ ਗੱਲ ਹੁਣ ਵੀ ਪਗੜੀ ਦੀ ਹੈ। ਗੱਲ ਉਦੋਂ ਵੀ ਹੁੰਦੀ ਸੀ ਤੇ ਗੱਲ ਹੁਣ ਵੀ ਹੁੰਦੀ ਹੈ। सोए पड़े थे, सभी सोए पड़े थे, किसी की हिम्मत नहीं थी। और अगर पंजाब का किसान आगे ना आता तो शायद हम ये आजादी की दूसरी लड़ाई ना लड़ते। ਜਿਹੜੇ ਲੋਕ ਪਗੜੀ ਸੰਭਾਲ ਜੱਟਾਂ ਦੀ ਤਹਿਰੀਕ ਤੋਂ ਵਾਕਿਫ ਨਹੀਂ, ਉਹਨਾਂ ਨੂੰ ਪੰਜਾਬ ਦਾ ਇਤਿਹਾਸ ਦੱਸਦਾ ਹੈ
ਕਿ ਪੰਜਾਬ ਦੇ ਅਜ਼ੀਮ ਸੂਰਮੇ ਦੁੱਲਾ ਭੱਟੀ ਦੇ ਦਾਦਾ ਸਾਂਦਲ ਦੇ ਨਾਂ ਤੇ ਇੱਕ ਇਲਾਕਾ ਸਾਂਦਲਵਾਲ ਹੈ, ਜਿਹੜਾ ਫੈਸਲਾਬਾਦ, ਉਕਾੜਾ, ਸਾਹੀਵਾਲ, ਟੋਬਾ ਟੇਕ ਸਿੰਘ, ਫੈਸਲਾਬਾਦ ਦਾ ਇਲਾਕਾ ਕਹਿਲਾਉਂਦਾ ਹੈ। ਇਹਦੇ ਵਿੱਚ ਜੰਗ ਵਗੈਰਾ ਵੀ ਸ਼ਾਮਿਲ। ਉਸ ਵੇਲੇ ਸਾਂਦਲਵਾਲ ਦਾ ਇਹ ਇਲਾਕਾ ਵੀਰਾਨ, ਬਿਆਬਾਨ, ਜੰਗਲ ਤੇ ਟੀਲਿਆਂ ਤੇ ਮੁਸ਼ਤਮਿਲ ਸੀ। ਅੰਗਰੇਜ਼ਾਂ ਨੇ ਇਸ ਇਲਾਕੇ ਨੂੰ ਸਰਸਬਜ਼ੋ ਸ਼ਾਦਾਬ ਬਣਾਉਣ ਵਾਸਤੇ ਜਦੋਂ ਮਨਸੂਬਾ ਬਣਾਇਆ, ਨਹਿਰ ਬਾਰੀ ਦੁਆਬ ਦਾ ਤੇ ਦਰਿਆ ਚਨਾਬ ਚੋਂ ਨਹਿਰਾਂ ਕੱਢਣ ਦਾ ਮਨਸੂਬਾ ਬਣਾਇਆ, ਤੇ ਪੰਜਾਬ ਦੇ ਕਿਸਾਨਾਂ ਨਾਲ ਰਾਬਤਾ ਕੀਤਾ ਗਿਆ ਕਿ ਅਗਰ ਤੁਸੀਂ ਇਹਨਾਂ ਜ਼ਮੀਨਾਂ ਨੂੰ ਕਾਸ਼ਤ ਦੇ ਕਾਬਲ ਬਣਾ ਦਿਓ ਤੇ ਇਹ ਜ਼ਮੀਨਾਂ ਤੁਹਾਨੂੰ ਮਾਲਕਾਨਾ ਹਕੂਕ ਤੇ ਦੇ ਦਿੱਤੀਆਂ ਜਾਣਗੀਆਂ। ਲੁਧਿਆਣਾ, ਜਲੰਧਰ, ਸਿਆਲਕੋਟ ਤੇ ਗੁਜਰਾਂਵਾਲਾ ਦੇ ਜੱਟ ਘਰਾਣੇ ਆਪਣੇ ਆਬਾਈ ਇਲਾਕਿਆਂ ਨੂੰ ਛੱਡ ਕੇ ਉਸ ਇਲਾਕੇ ਵਿੱਚ ਜਾ ਵਸੇ। ਦਿਨ ਰਾਤ ਮਿਹਨਤ ਕੀਤੀ, ਜੰਗਲ ਸਾਫ਼ ਕੀਤੇ, ਵੀਰਾਨੇ ਸਾਫ਼ ਕੀਤੇ, ਤੇ ਉਹ ਜ਼ਮੀਨ ਜਿੱਥੇ ਕੁਝ ਨਹੀਂ ਸੀ ਉਗਦਾ, ਵੇਂਦਿਆਂ ਹੀ ਵੇਂਦਿਆਂ ਉਹ ਜ਼ਮੀਨ ਸੋਨਾ ਉਗਣ ਲੱਗ ਪਈ। ਜ਼ਮੀਨਾਂ ਦੀ ਆਬਾਦਕਾਰੀ ਤੋਂ ਬਾਅਦ ਜਦੋਂ ਕਿਸਾਨਾਂ ਨੂੰ ਜ਼ਮੀਨ ਦੇ ਮਾਲਕਾਨਾ ਹਕੂਕ ਦੇਣ ਦਾ ਵੇਲਾ ਆਇਆ ਤੇ ਅੰਗਰੇਜ਼ ਇਹਨਾਂ ਸੋਨਾ ਉਗਲਦੀ ਜ਼ਮੀਨ ਨੂੰ ਵੇਖ ਕੇ ਲਾਲਚ ਵਿੱਚ ਆ ਗਏ ਤੇ ਉਹਨਾਂ ਨੇ ਅੱਜ ਦੇ ਮੋਦੀ ਦੀ ਤਰ੍ਹਾਂ 3 ਕਾਲੇ ਕਾਨੂੰਨ ਪਾਸ ਕਰ ਦਿੱਤੇ ਤੇ ਜ਼ਮੀਨਾਂ ਦੀ ਮਲਕੀਅਤ ਦੇਣ ਤੋਂ ਕਿਸਾਨਾਂ ਨੂੰ ਇਨਕਾਰ ਕਰ ਦਿੱਤਾ। ਅੰਗਰੇਜ਼ਾਂ ਨੇ ਜਦੋਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਹੋਏ ਵਾਅਦਿਆਂ ਦੀ ਵਾਅਦਾ ਖਿਲਾਫੀ ਕੀਤੀ, ਆਪਣੇ ਹੀ ਬਣਾਏ ਹੋਏ ਕਾਨੂੰਨਾਂ ਦੇ ਖਿਲਾਫ ਨਵੇਂ ਕਾਨੂੰਨ ਪਾਸ ਕਰ ਦਿੱਤੇ ਤੇ ਪੰਜਾਬ ਦੇ ਕਿਸਾਨਾਂ ਨੇ ਆਪਣੇ ਹੱਕ ਲਈ ਲੜਨ ਦਾ ਫੈਸਲਾ ਕਰ ਲਿੱਤਾ। ਸੜਕਾਂ ਤੇ ਆ ਗਏ ਤੇ ਪੰਜਾਬ ਦੇ ਕਿਸਾਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਇhtਜਾਜ ਦਾ ਫੈਸਲਾ ਕਰ ਲਿਆ। ਇਸ ਤਹਿਰੀਕ ਦਾ ਇੱਕ ਜਲਸਾ 22 ਮਾਰਚ 1907 ਵਿੱਚ ਲਾਇਲਪੁਰ ਦੇ ਵਿੱਚ ਹੋਇਆ, ਜਿਹੜਾ ਡੰਗਰਾਂ ਦੀ ਮੰਡੀ ਦੇ ਮੌਕੇ ਦੇ ਉੱਤੇ ਸਜਾਇਆ ਗਿਆ ਸੀ। ਇਸ ਜਲਸੇ ਦਾ ਇੰਤਜ਼ਾਮ ਸ਼ਹੀਦ ਆਜ਼ਮ ਭਗਤ ਸਿੰਘ ਦੇ ਖਾਨਦਾਨ ਨੇ। ਸ਼ਹੀਦ ਆਜ਼ਮ ਭਗਤ ਸਿੰਘ ਦੇ ਖਾਨਦਾਨ ਦੀ ਮਦਦ ਜਿਹੜੀਆਂ 2 ਤਨਜ਼ੀਮਾਂ ਨੇ ਕੀਤੀ, ਇੱਕ ਸੀ ਅੰਜਮਨ ਮੁਹਿਬਾਨੇ ਵਤਨ ਤੇ ਦੂਸਰੀ ਸੀ ਭਾਰਤ ਮਾਤਾ ਸੁਸਾਇਟੀ। ਉਹਨਾਂ ਨੇ ਇਸ ਜਲਸੇ ਵਿੱਚ ਸ਼ਿਰਕਤ ਕੀਤੀ। ਉਹ ਸਨ ਲਾਲਾ ਲਾਜਪਤ ਰਾਏ, ਸੈयद ਆਗਾ ਹੈਦਰ, ਸੂਫੀ ਅੰਬਾ ਪ੍ਰਸ਼ਾਦ ਤੇ ਜ਼ਹੂਰੁਲ ਹਕ। ਇਸ ਜਲਸੇ ਵਿੱਚ ਗੁਜਰਾਂਵਾਲਾ ਦੇ ਕਿਸਾਨ ਘਰਾਣੇ ਦੇ ਨੌਜਵਾਨ ਬਾਂਕੇ ਦਿਆਲ, ਜਿਹੜੇ ਝੰਗ ਸਿਆਲ ਅਖਬਾਰ ਦੇ ਐਡੀਟਰ ਵੀ ਸਨ, ਉਹਨਾਂ ਨੇ ਮਸ਼ਹੂਰ ਨਜ਼ਮ ਦਾ ਸਰਨਾਮਾ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। ਇਸ ਨਜ਼ਮ ਨੇ ਪੂਰੇ ਪੰਜਾਬ ਦੇ ਵਿੱਚ ਥਰਥੱਲੀ ਮਚਾ ਦਿੱਤੀ। ਹਰ ਤਰਫ ਪਗੜੀ ਸੰਭਾਲ ਜੱਟਾ ਦੇ ਨਾਰੇ ਲੱਗੇ। ਪਗੜੀ ਸੰਭਾਲ ਜੱਟਾ ਪੂਰੀ ਨਜ਼ਮ ਕੁਝ ਇਸ ਤਰ੍ਹਾਂ: ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਲੁੱਟ ਲਿੱਤਾ ਮਾਲ ਤੇਰਾ ਕੀਤਾ ਬੇਹਾਲ ਹੋਏ। ਫਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨਹੀਂ ਤੇਰੇ ਲੀੜੇ। ਭੁੱਖਾਂ ਨੇ ਖੂਨ ਨਿਚੋੜੇ, ਰੋਂਦੇ ਨੇ ਬਾਲ ਹੋਏ। ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। ਬਣਦੇ ਨੇ ਤੇਰੇ ਲੀਡਰ, ਰਾਜੇ ਤੇ ਖਾਨ ਬਹਾਦਰ। ਤੈਨੂੰ ਤੇ ਖਾਉਣ ਖਾਤਰ ਵੇਚਦੇ ਨੇ ਜਾਲ ਹੋਏ। ਹਿੰਦੇ ਤੇਰਾ ਮੰਦਰ, ਇਸ ਦਾ ਪੁਜਾਰੀ ਤੂੰ। ਚਲੇਗਾ ਕਦੋਂ ਤੱਕ ਆਪਣੀ ਖੁਮਾਰੀ ਤੂੰ। ਲੜਨੇ ਤੇ ਮਰਨੇ ਦੀ ਕਰ ਲੈ ਤਿਆਰੀ ਤੂੰ।
पगड़ी संभाल जट्टा पगड़ी संभाल होए, सीने ते खावे तीर, रांझा तू देस दे हीर, संभल के चल तू वीर, पगड़ी संभाल, तुसी क्यों देंदे वीरो बेगार होए, हो के इकट्ठे वीरो मारो ललकार होए, ताड़ी दो हथ वजे छातियां नू तान होए, पगड़ी संभाल जट्टा पगड़ी संभाल होए, लुट लिता माल तेरा कीता बेहाल होए, पगड़ी संभाल जट्टा पगड़ी संभाल होए। इस नज़म का सरनामा किसानां दी इस तहरीक दा नाम ही बन गया, पगड़ी संभाल जट्टा तहरीक। सरदार अजीत सिंह ने इस तहरीक दा मरकज़ हैडकुआटर लाहौर शहर नूं बनाया ते अपने साथियां दे नाल जलसे जलूसां दे नाल अखबारां विच इस तहरीक दे हक दे विच मुहिम भी शुरू कर दी। राय, सिरला देवी ते चौधरी शहाबुद्दीन ने पंजाब दे मशहूर अखबार दा पंजाब दे विच इस तहरीक दे हक विच मजमून लिखने शुरू किए। अंग्रेज़ां ने इस अखबार नूं एंटी नैशनल करार दे दिता। याद रहे कि मोदी की तरह उस जमाने विच भी एंटी नैशनल पंजाबियों नूं कहा जाने लगा। अखबार दा पंजाब नूं एंटी नैशनल करार दे के कुछ अरसा बंद रखिया ते फिर उहदे एडिटर नूं गिरफ्तार कर लिया गया। सरदार अजीत सिंह ते बांके दयाल नूं देशद्रोही एंटी नैशनल करार दे के देश निकाला गया। जदों सरदार अजीत सिंह नूं पंजाब दे विचों कढ़ दिता गया एंटी नैशनल करार दे के, ते वो दुनिया के मुख्तलिफ मुल्कां विच जा के अपनी इस पगड़ी संभाल जट्टा तहरीक दी अगवाही उतों भी करते रहे। उत्थे जाके उन्होंने लाबंग शुरू की। उन्हां तो बाद पंजाब के नौजवान सरदार अजीत सिंह के पीछे पीछे चले। करके रखिया ने खुंडी तलवार दिया, जवानी जरा पटरी उतारी है जालिम सरकार दिया। जट पलटन दे सिपाही जिहदे विच ज़्यादा सिख सिपाही शामिल सन, जट सिपाही शामिल सन, उन्हां दे बाप दादा ये तहरीक चला रहे सन। वो पहला ही बंगाल की तकसीम के हवाले नाल नाखुश सन। उन्होंने इस मौके उत्ते जदों वेख्या कि उन्हां दे प्यो नूं, बाप नूं, दादा नूं बुरे तरीके नाल मारिया जा रहा है, उन्हां नूं देश निकाला दिता जा रहा है, वो बागी हो गए। उन्होंने बंगाल दे अलैदगी पसंदा नाल साथ देना शुरू कर दिता। एक वेला ऐसा आया कि अंग्रेज़ां दे बहुत वड्डे खजाने उत्ते कब्जा कर लिया बंगालियां ने। इहदे विच मदद की पंजाब दे सिपाहियां ने, जिन्हां नूं बाद विच गिरफ्तार कर लिता गया, उन्हां नूं सख्त सज़ावां दित्तियां गईयां। इहदे बाद एक गदर दा माहौल पैदा हो गया। पंजाब दे विच नफरत फैल गई अंग्रेज़ां दे खिलाफ। पगड़ी संभाल जट्टा तहरीक जदों अगे वधी, जलसे जलूसां उत्ते अंग्रेज़ां ने जुल्म कीता ते उहदे बाद पंजाब दे विच आम बगावत फैल गई। लाहौर रावलपिंडी रेलवे ट्रैक नूं जाम कर दिता गया। रेलवे मुलाजमीन ने उस जमाने विच भी इन्हां दा किसानां दा साथ दिता। उन्होंने ट्रेन बंद करन दे विच बड़ा अहम किरदार अदा किया। ट्रेन चलान तो इनकार कर दिता गया। डाकखाने ते मुआसलात दा निज़ाम पंजाब दे विच मुकम्मल तौर ते बंद हो गया। शहीद भगत सिंह ने 1931 विच रोज़नामा पीपल दे विच एक मजमून लिखिया जिहड़ा पगड़ी संभाल जट्टा तहरीक के हवाले नाल सी। उहदे विच उन्हां इंकशाफ किया कि मेरे चचा अजीत सिंह दे नाल राबता किया
ਲਾਲਾ ਲਾਜਪਤ ਰਾਏ ਨੇ, ਔਰ ਉਹਨਾਂ ਨੂੰ ਇਹ ਦੱਸਿਆ ਕਿ ਅੰਗਰੇਜ਼ਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਕਿ ਉਹ ਕਾਨੂੰਨੀ ਐਕਟ ਦੇ ਵਿੱਚ ਤਰਮੀਮ ਕਰਨ 'ਚ ਰਾਜ਼ੀ ਨੇ ਤੇ ਤੁਸੀਂ ਮੰਨ ਜਾਓ, ਕਿਸਾਨਾਂ ਦੀ ਇਹ ਤਹਿਰੀਕ ਬੰਦ ਕਰ ਦਿਓ। ਲੇਕਿਨ ਮੇਰੇ ਚਾਚਾ ਨੇ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਨਾ ਤੇ ਅਸੀਂ ਮਾਲੀਆ ਟੈਕਸ ਦੇਵਾਂਗੇ, ਨਾ ਅਸੀਂ ਆਬਿਆਨਾ ਟੈਕਸ ਦੇਵਾਂਗੇ, ਨਾ ਵਿਰਾਸਤ ਤੇ ਮਲਕੀਅਤ ਕਾਨੂੰਨ ਦੇ ਵਿੱਚ ਤਬਦੀਲੀ ਹੋਣ ਦਿਆਂਗੇ। ਜਦੋਂ ਤੱਕ ਇਹ ਤਿੰਨੋਂ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਪਗੜੀ ਸੰਭਾਲ ਜੱਟਾ ਤਹਿਰੀਕ ਖਤਮ ਨਹੀਂ ਹੋਵੇ। ਅੰਗਰੇਜ਼ਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਕਿ 1 ਸਾਲ ਕੁੱਟਮਾਰ ਦੇ ਜ਼ਰੀਏ ਇਸ ਤਹਿਰੀਕ ਨੂੰ ਕਿਸੇ ਵੀ ਸੂਰਤ ਵਿੱਚ ਦਬਾ ਦਿੱਤਾ ਜਾਏ, ਲੇਕਿਨ ਪੰਜਾਬ ਦੇ ਕਿਸਾਨ ਡਟੇ ਰਹੇ, ਮਾਰ ਖਾਂਦੇ ਰਹੇ, ਆਪਣੇ ਹੱਕ ਤੋਂ ਪਿੱਛੇ ਨਹੀਂ ਹਟੇ, ਆਪਣੀ ਅਣਖ ਦਾ ਸਵਾਲ ਸਾਹਮਣੇ ਰੱਖਿਆ, ਆਪਣੀ ਪਗੜੀ ਡੇਗਣ ਤੋਂ ਇਨਕਾਰ ਕਰ ਦਿੱਤਾ, ਡਟੇ ਰਹੇ। ਆਖਰਕਾਰ ਅੰਗਰੇਜ਼ਾਂ ਨੂੰ ਅੱਜ ਦੇ ਮੋਦੀ ਦੀ ਤਰ੍ਹਾਂ ਕਿਸਾਨਾਂ ਨਾਲ ਮੀਟਿੰਗ ਕਰਨੀ ਪਈ। 33 ਮੀਟਿੰਗਾਂ ਹੋਈਆਂ। ਉਹਨਾਂ ਕਾਨੂੰਨ ਦੇ ਵਿੱਚ ਕੁਝ ਤਬਦੀਲੀਆਂ ਕਰਨ ਦਾ ਇਸ਼ਾਰਾ ਵੀ ਦਿੱਤਾ, ਲੇਕਿਨ ਪੰਜਾਬ ਦੇ ਕਿਸਾਨ ਕਿਸੇ ਸੂਰਤ ਦੇ ਵਿੱਚ ਵੀ ਤਬਦੀਲੀਆਂ ਦੇ ਨਹੀਂ, ਬਲਕਿ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਥੱਲੇ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਪਗੜੀ ਸੰਭਾਲ ਜੱਟਾ ਤਹਿਰੀਕ ਦੇ ਲੀਡਰ ਜਦੋਂ ਤਕਰੀਰ ਕਰਦੇ ਤੇ ਡਿਪਟੀ ਕਮਿਸ਼ਨਰਸ ਇਹਨਾਂ ਨੂੰ ਅੰਗਰੇਜ਼ਾਂ ਦੀ ਤਰਫੋਂ ਇਹ ਹੁਕਮ ਸੀ ਕਿ ਉਹ ਆਪਣੇ ਸਿਪਾਹੀਆਂ ਨੂੰ ਇਹਨਾਂ ਦੀ ਤਕਰੀਰਾਂ ਨਾ ਸੁਣਨ ਦੇਣ, ਕਿਉਂਕਿ ਇਹਨਾਂ ਦੀ ਤਕਰੀਰਾਂ ਦੇ ਵਿੱਚ ਇੰਨਾ ਅਸਰ ਹੁੰਦਾ ਹੈ ਕਿ ਇਹਨਾਂ ਸਿਪਾਹੀਆਂ ਦੇ ਦਿਲ ਦੇ ਵਿੱਚ ਆਪਣੇ ਪੰਜਾਬ ਦੀ ਮੁਹੱਬਤ ਜਾਗ ਉੱਠਦੀ ਹੈ ਤੇ ਉਹ ਬਾਗੀ ਹੋ ਜਾਂਦੇ ਨੇ। ਇਹਨਾਂ ਨੂੰ ਕਿਸੇ ਸੂਰਤ ਵਿੱਚ ਵੀ ਤਕਰੀਰਾਂ ਨਹੀਂ ਸੁਣਨ ਦੇਣ। ਪੰਜਾਬ ਦੇ ਕਿਸਾਨਾਂ ਦੀ ਇਹ ਤਹਿਰੀਕ ਪਗੜੀ ਸੰਭਾਲ ਜੱਟਾ ਦਾ ਦਾਇਰਾ ਇੰਨਾ ਵਸੀਹ ਹੋ ਗਿਆ ਕਿ ਸਾਰੇ ਪੰਜਾਬ ਦੇ ਵਿੱਚ ਬਗਾਵਤ ਦੀ ਬੂ ਆਉਣ ਲੱਗ ਪਈ ਕਿ ਕਿਸਾਨਾਂ ਦੀ ਇਸ ਤਹਿਰੀਕ ਕੋਲੋਂ ਅੰਗਰੇਜ਼ ਇੰਨੇ ਖੌਫਜ਼ਦਾ ਹੋਏ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਾਪਸ ਇੰਗਲੈਂਡ ਭੇਜਣਾ ਸ਼ੁਰੂ ਕਰ ਦਿੱਤਾ। ਇਹਦਾ ਅਸਰ ਇਹ ਹੋਇਆ ਕਿ ਆਮ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਨੌਕਰੀ ਕਰਨ ਤੋਂ ਇਨਕਾਰ ਕਰ ਦਿੱਤਾ, ਜਿਹਦੇ ਬਾਅਦ ਅੰਗਰੇਜ਼ਾਂ ਨੇ ਇਹ 3 ਕਾਲੇ ਕਾਨੂੰਨ ਵਾਪਸ ਲੈ ਲਏ। ਦੋਸਤੋ, ਹੁਣ ਗੱਲ ਕਰਨੇ ਆ ਕਿ ਦਿੱਲੀ ਦੇ ਅੱਜ ਦੇ ਕਿਸਾਨ ਪ੍ਰੋਟੈਸਟ ਤੇ ਪਗੜੀ ਸੰਭਾਲ ਜੱਟਾ ਦੀਆਂ ਕਿਹੜੀਆਂ ਉਹ ਗੱਲਾਂ ਨੇ ਜਿਹੜੀਆਂ ਮੁਸ਼ਤਰਕ ਨੇ, ਰਲਦੀਆਂ ਮਿਲਦੀਆਂ। ਉਸ ਤਹਿਰੀਕ ਵਿੱਚ ਵੀ ਅੰਗਰੇਜ਼ਾਂ ਨੇ ਪਹਿਲਾਂ ਕਿਸਾਨਾਂ ਦੀ ਮੰਗ ਦੇ ਉੱਤੇ ਇਬਤਦਾਈ ਤੌਰ ਦੇ ਉੱਤੇ ਕਾਨੂੰਨ ਦੇ ਵਿੱਚ ਕੁਝ ਤਬਦੀਲੀਆਂ ਕਰਨ ਦਾ ਇਸ਼ਾਰਾ ਦਿੱਤਾ। ਹੁਣ ਵੀ ਮੋਦੀ ਹਕੂਮਤ ਕੁਝ ਤਬਦੀਲੀਆਂ ਦਾ ਇਸ਼ਾਰਾ ਦੇ ਰਹੀ ਹੈ, ਲੇਕਿਨ ਦੋਵਾਂ ਤਹਿਰੀਕਾਂ ਦੇ ਵਿੱਚ 3 ਕਾਨੂੰਨਾਂ ਨੂੰ ਰੱਦ ਕਰਨ ਦਾ ਜਿਹੜਾ ਅਜ਼ਮ ਹੈ ਉਹ ਸਾਬਤ ਕਦਮ ਰਿਹਾ। 1 ਸਾਲ ਦੀ ਮੁਸਲਸਲ ਮਿਹਨਤ ਤੋਂ ਬਾਅਦ, ਕੋਸ਼ਿਸ਼ ਤੋਂ ਬਾਅਦ, ਜਦੋਜਹਿਦ ਤੋਂ ਬਾਅਦ ਕਿਸਾਨਾਂ ਨੇ ਆਪਣੀ ਪਗੜੀ ਵੀ ਮਹਿਫੂਜ਼ ਕਰ ਲਈ ਤੇ ਆਪਣਾ ਹੱਕ ਵੀ ਮਹਿਫੂਜ਼ ਕਰ ਲਿਆ ਤੇ ਇਹ ਵੀ ਦੱਸ ਦਿੱਤਾ ਕਿ ਦੁਨੀਆ ਦੀ ਕੋਈ ਵੀ ਵੱਡੀ ਤਾਕਤ ਹੋਏ, ਉਹ ਆਪਣੇ ਹੱਕ ਤੋਂ ਪਿੱਛੇ ਨਹੀਂ ਹਟਦੇ। ਪਹਿਲੀ ਰਲਦੀ ਗੱਲ ਇਹ ਵੇ ਕਿ ਉਸ ਤਹਿਰੀਕ ਦੀ ਬੁਨਿਆਦ ਵੀ 3 ਕਾਲੇ ਕਾਨੂੰਨ ਸਨ ਤੇ ਅੱਜ ਦੀ ਤਹਿਰੀਕ ਦੀ ਬੁਨਿਆਦ ਵੀ 3 ਕਾਲੇ ਕਾਨੂੰਨ ਹੈ। ਉਸ ਤਹਿਰੀਕ ਦੇ ਵਿੱਚ ਵੀ ਜ਼ਾਲਮ ਹੁਕਮਰਾਨਾਂ ਦੀ ਨਜ਼ਰ ਪੰਜਾਬ ਦੇ ਮਜ਼ਦੂਰ ਕਿਸਾਨ ਦੀ ਜ਼ਮੀਨ ਸੀ ਤੇ ਹੁਣ ਵੀ ਮੋਦੀ ਦੀ ਨਜ਼ਰ ਆਪਣੇ ਯਾਰ ਦੋਸਤਾਂ ਅੰਬਾਨੀ ਅਡਾਨੀ ਲਈ ਕਿਸਾਨ ਦੀ ਜ਼ਮੀਨ ਦੇ ਉੱਤੇ। ਉਸ ਤਹਿਰੀਕ ਦੇ ਵਿੱਚ ਵੀ ਪੰਜਾਬ ਦੇ ਅਦੀਬ, ਸ਼ਾਇਰ, ਗਾਇਕ ਅੱਗੇ ਸਨ ਤੇ ਅੱਜ ਦੀ ਤਹਿਰੀਕ ਦੇ ਵਿੱਚ ਵੀ ਅਦੀਬ, ਸ਼ਾਇਰ, ਗਾਇਕ, ਫਨਕਾਰ ਅੱਗੇ ਨੇ।
ਪਗੜੀ ਸੰਭਾਲ ਜੱਟਾਂ ਤਹਿਰੀਕ ਵੀ ਕਿਸਾਨਾਂ ਨੇ, ਪੰਜਾਬ ਦੇ ਕਿਸਾਨਾਂ ਨੇ ਆਪਣੇ ਇੱਜ਼ਤ ਨਫਸ ਦੀ ਬਕਾ ਲਈ ਲੜੀ ਸੀ, ਤੇ ਹੁਣ ਦੀ ਲੜਾਈ ਵੀ ਕਿਸਾਨ ਆਪਣੀ ਇੱਜ਼ਤ ਨਫਸ ਦੀ ਬਕਾ ਲਈ ਲੜਦੇ। ਪਗੜੀ ਸੰਭਾਲ ਜੱਟਾਂ ਤਹਿਰੀਕ ਦਾ ਮੁਕਾਬਲਾ ਵੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦੇ ਨਾਲ ਸੀ, ਅੰਗਰੇਜ਼ਾਂ ਨਾਲ, ਜਿਨ੍ਹਾਂ ਦੀ ਹਕੂਮਤ ਪੂਰੀ ਦੁਨੀਆ ਤੇ ਸੀ। ਤੇ ਅੱਜ ਦੀ ਤਹਿਰੀਕ ਦਾ ਮੁਕਾਬਲਾ ਉਸ ਮੋਦੀ ਨਾਲ ਹੈ ਜਿਹੜਾ ਕਹਿੰਦਾ ਮੋਦੀ ਹੈ। ਪਗੜੀ ਸੰਭਾਲ ਜੱਟਾਂ ਦੀ ਵੀ ਖਾਸ ਗੱਲ ਇਹ ਸੀ ਕਿ ਉਹਦੇ ਵਿੱਚ ਜ਼ਾਤ ਧਰਮ ਦਾ ਕੋਈ ਖਿਆਲ ਨਹੀਂ ਸੀ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਕਿਸਾਨਾਂ ਦੇ ਨਾਲ ਸਨ, ਉਹਨਾਂ ਦੀ ਜਦੋਜਹਿਦ ਦੇ ਨਾਲ ਸਨ। ਤਰੱਕੀ ਪਸੰਦ ਤਨਜ਼ੀਮਾਂ ਉਹਨਾਂ ਦੇ ਨਾਲ ਸਨ, ਔਰ ਪ੍ਰੋਗਰੈਸਿਵ ਅਦੀਬ ਸ਼ਾਇਰ ਉਹਨਾਂ ਦੇ ਨਾਲ ਸਨ। ਅੱਜ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਹਰ ਮਕਤਬਾ ਫਿਕਰ ਦੇ ਲੋਕ ਖੜੇ ਨੇ, ਮੁਸਲਮਾਨ, ਸਿੱਖ, ਈਸਾਈ, ਹਿੰਦੂ, ਪ੍ਰੋਗਰੈਸਿਵ, ਜਦੀਦੀਅਤ ਵਾਲੇ ਸਾਰੇ ਲੋਕ ਇਹਨਾਂ ਦੇ ਨਾਲ ਖੜੇ। ਪਗੜੀ ਸੰਭਾਲ ਜੱਟਾਂ ਤਹਿਰੀਕ ਦੇ ਵਿੱਚ ਵੀ ਐਂਟੀ ਨੈਸ਼ਨਲ ਤੇ ਦੇਸ਼ ਦਰੋਹੀ ਦੇ ਫਤਵੇ ਦਿੱਤੇ ਗਏ। ਸਰਦਾਰ ਅਜੀਤ ਸਿੰਘ, ਸੂਫੀ ਅੰਬਾ ਪ੍ਰਸ਼ਾਦ, ਬਾਂਕੇ ਦਿਆਲ ਤੇ ਮੌਲਵੀ ਜ਼ਹੂਰ ਹਕ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਤੇ ਅੱਜ ਵੀ ਇਹਨਾਂ ਕਿਸਾਨਾਂ ਨੂੰ ਤੇ ਇਹਨਾਂ ਦੇ ਹਮਦਰਦਾਂ ਨੂੰ ਟੈਰਰਿਸਟ, ਦੇਸ਼ ਦਰੋਹੀ, ਐਂਟੀ ਨੈਸ਼ਨਲ, ਆਤੰਕਵਾਦੀ, ਖਾਲਿਸਤਾਨੀ ਕਿਹਾ ਜਾ ਰਿਹਾ ਹੈ। ਲੇਕਿਨ ਇਸ ਤਹਿਰੀਕ ਤੇ ਉਸ ਤਹਿਰੀਕ ਦੇ ਵਿੱਚ ਇੱਕ ਬੜਾ ਵੱਡਾ ਫਰਕ ਹੈ। ਉਹ ਤਹਿਰੀਕ ਪੀਸਫੁਲ ਨਹੀਂ ਸੀ। ਉਹਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਅੰਗਰੇਜ਼ਾਂ ਨੂੰ ਉਹਨਾਂ ਦਾ ਜਵਾਬ ਦਿੱਤਾ। ਉਹਨਾਂ ਦਾ ਜ਼ੁਲਮ ਨਹੀਂ ਉਸ ਤਰ੍ਹਾਂ ਸਿਆ। ਉਹਨਾਂ ਨੂੰ ਹਰ ਹਵਾਲੇ ਦੇ ਨਾਲ ਤਾਕਤ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਉਹਨਾਂ ਦੇ ਮੂੰਹ ਦੇ ਉੱਤੇ ਗਾਰੇ ਮਾਰੇ ਗਏ, ਖੰਭੇ ਉਖਾੜ ਦਿੱਤੇ ਗਏ, ਟ੍ਰੇਨ ਦੀ ਪਟੜੀ ਉਖਾੜ ਦਿੱਤੀ ਗਈ। ਲੇਕਿਨ ਅੱਜ ਦਾ ਪ੍ਰੋਟੈਸਟ ਪੀਸਫੁਲ ਹੈ, ਪੁਰਅਮਨ ਹੈ। ਜਮਹੂਰੀ ਅੰਦਾਜ਼ ਨਾਲ ਇਹ ਤਹਿਰੀਕ ਜਾਰੀ ਹੈ। ਪਗੜੀ ਸੰਭਾਲ ਜੱਟਾਂ ਤਹਿਰੀਕ 3 ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਖਤਮ ਹੋਈ ਸੀ। ਪੰਜਾਬ ਦੇ ਕਿਸਾਨਾਂ ਦੀ ਅਗਵਾਈ ਹੇਠ ਜਾਰੀ ਇਹ ਤਹਿਰੀਕ ਵੀ ਮੋਦੀ ਦੇ ਬਣਾਏ ਹੋਏ 3 ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਖਤਮ